तो मैनू फकर है इस गल तुहाडे सामने कहंदे होया कि इसे पिंड दी एक साडी भैण ने 12वीं क्लास दे विच 97.8% नंबर लैके साडे सारियां दा सर फकर नाल उच्चा कर दिता है। टीचर का बहुत ज़्यादा सपोर्ट रहा, स्कूल वाले टीचर्स बहुत ही ज़्यादा अच्छी तरह गाइड करते हैं, मोटिवेट करते ही टाइम टू टाइम। हट जो प्रिंसीपल सर हैं, डायरैक्टर सर हैं, वो टाइम टू टाइम मीटअप्स ऑर्गेनाइज करते ही ताकि बच्चों को गाइडेंस दे सकिए कि किस तरह किस टाइम ते किस तरह असी अपने काम लेना है। घर दे बहुत ही ज़्यादा सपोर्टिव ने मेरे घर के सारे जने, चाहे वो मेरे ब्रदर हो या सिस्टर्स हो या मम्मी पापा चाचा चाची ताई ताई जी, सब कुछ मतलब सारे बहुत ज़्यादा सपोर्टिव रहे हैं आज तक भी। और ये रिजल्ट सुन के भी सारे बहुत ज़्यादा खुश हैं। मैं वाहगुरू का शुक्रिया अदा करनी हाँ कि जिन्हें मेरी बेटी ने इन्नी समक्त बख्शी है कि अज इस लैवल पर आके मतलब इन्ना फखर महसूस हो रहा है कि मेरी बेटी ने इन्नी मेहनत की, दिन रात जाग जाग के। कदे कदे असी इन्ना फरियाद भी करती अद्धा घंटा बेटा अद्धा घंटा सोला है, लेकिन बेटी मेरी कहनी मम्मा एक बार मैं कामयाब हो जाएंगी तो भी सुकून मिल जाएगा तो मैनू भी सुकून मिल जाएगा। तो मैं इन्होंने उर्दू पढ़ाना शुरू किया। मैं जरा अज इन्होंने सबक दे के देना दूजे आ सबक इन्होंने उस कायदे तू अगला भी याद कर लेना। मैं बड़ा हैरान होना कि इन्नी बच्ची तेज है साड़ी कि इन्ना इहदा दिमाग है कि अजे जो मैं पढ़ाया भी नहीं तो वो अगे इन्हें अगला भी कर दिता सारा। ਅੱਜ ਤੋਂ ਪਹਿਲਾਂ ਸਾਨੂੰ ਕਈ ਲੋਕ ਕੁਐਸਚਨ ਪੁੱਟ ਅਪ ਕਰਦੇ ਸੀ ਕਿ ਤੁਹਾਡੇ ਬੱਚੇ ਕਿੰਨੇ ਟਾਪ ਕੀਤੇ ਨੇ, ਕਿੰਨੇ ਇੰਜੀਨੀਅਰ ਹਨ, ਕਿੰਨੇ ਡਾਕਟਰ ਹਨ। ਪਰ ਅੱਜ ਸਾਨੂੰ ਇਹ ਮਾਣ ਮਹਿਸੂਸ ਹੋ ਰਿਹਾ ਕਿ ਜਿੱਥੇ ਪਹਿਲਾਂ ਲੋਕ ਇੰਨੇ ਅਵੇਅਰ ਨਹੀਂ ਸੀ ਹਨ ਨਗਰ ਦੇ, ਲੇਕਿਨ ਅੱਜ ਜੋ ਕੰਪੀਟੀਸ਼ਨ ਹੈ ਉਸ ਨੂੰ ਦੇਖਦੇ ਹੋਏ ਬਹੁਤ ਲੋਕ ਅਵੇਅਰ ਹਨ। ਦਾਦੀ ਕਿੱਥੇ ਹੈ? ਵੀ ਸਾਡੀ ਭੈਣ ਜੀ ਹੈ ਜੀ ਦਾਦੀ ਪਿੱਛੇ ਪਹਿਲਾਂ ਇਹਨਾਂ ਦੀ ਸਾਰੀ ਦੇਣ ਹੈ ਮਹਾਰਾਜ। ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਂਦ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਹਰਵਿੰਦਰ ਸਿੰਘ ਵੱਲੋਂ ਜੀ ਆਇਆਂ ਨੂੰ ਕਰਦਾ ਹਾਂ। ਦਰਸ਼ਕੋ, ਜਿੱਦਾਂ ਕਿ ਤੁਸੀਂ ਜਾਣਦੇ ਹੋ 2 ਦਿਨ ਪਹਿਲਾਂ ਹੀ 10ਵੀਂ ਅਤੇ 12ਵੀਂ ਦੇ ਵਿੱਚ CBSE ਬੋਰਡ ਦਾ ਜਿਹੜਾ ਰਿਜ਼ਲਟ ਨਿਕਲਿਆ ਹੈ ਤੇ ਉਸ ਦੇ ਵਿੱਚ ਇਸ ਵਾਰ ਫਿਰ ਤੋਂ ਸਿੱਖ ਪਰਿਵਾਰ ਦੇ ਨਾਲ ਜੁੜੇ ਹੋਏ ਬੱਚਿਆਂ ਨੇ ਪੂਰੇ ਹੀ ਸਿੱਖ ਕੌਮ ਦਾ ਨਾਮ ਰੋਸ਼ਨ ਕੀਤਾ ਹੈ। ਆਪਾਂ ਕਈ ਵਾਰੀ ਵੇਖਦੇ ਰਹਿੰਦੇ ਹਾਂ ਕਿ ਸਮਾਜ ਦੇ ਵਿੱਚ ਕਾਫੀ ਸਾਰੇ ਐਸੇ ਐਗਜ਼ਾਮਸ ਹੁੰਦੇ ਹੈਗੇ ਨੇ, ਚਾਹੇ ਉਹ ਕੰਪੀਟੀਸ਼ਨਸ ਲੈਵਲ ਦੇ ਹੋਣ, ਕੰਪੀਟੀਟਿਵ ਲੈਵਲ ਦੇ ਹੋਣ ਜਾਂ ਫਿਰ ਸਾਡੇ ਬੋਰਡ ਕਲਾਸਿਸ ਦੇ ਹੋਣ, ਛੋਟੀ ਕਲਾਸਾਂ ਦੇ ਹੋਣ। ਕਈ ਵਾਰੀ ਆਪਾਂ ਵੇਖਦੇ ਹਾਂ ਕਿ ਇੱਕ ਵੀ ਨਾਮ ਦੇ ਪਿੱਛੇ ਸਿੰਘ ਔਰ ਕੌਰ ਲੱਗਿਆ ਹੁੰਦਾ ਨਾ, ਤੇ ਉਹ ਸਿਰਫ ਪਰਿਵਾਰ ਦਾ ਹੀ ਨਹੀਂ ਬਲਕਿ ਸੁਸਾਇਟੀ ਦੇ ਵਿੱਚ ਸਾਰੇ ਹੀ ਵਰਲਡ ਦੇ ਵਿੱਚ ਨਾਨਕ ਨਾਮ ਲੈਵਾ ਸੰਗਤ ਦੇ ਲਈ ਬੜੀ ਹੀ ਮਾਣ ਵਾਲੀ ਗੱਲ ਹੁੰਦੀ ਹੈ। ਇਹ ਫਖਰ ਮਹਿਸੂਸ ਹੁੰਦਾ ਕਿ ਅੱਜ ਦੇ ਦੌਰ ਦੇ ਵਿੱਚ ਜਿੱਥੇ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਕਹਾਵਤਾਂ ਦਿੱਤੀਆਂ ਜਾਂਦੀਆਂ ਸੀਆਂ ਕਿ ਕੀ ਪਤਾ ਪੂਰੇ ਮਹੱਲੇ ਦੇ ਵਿੱਚੋਂ ਜਾਂ ਪਿੰਡ ਦੇ ਵਿੱਚੋਂ ਜਾਂ ਪੂਰੇ ਰੀਜਨ ਦੇ ਵਿੱਚੋਂ ਹੀ ਕਿਤੇ ਇੱਕ ਅੱਧੇ ਸਰਦਾਰ ਦਾ ਨਾਮ ਆਉਂਦਾ ਹੁੰਦਾ ਸੀ ਕਿ ਹਾਂਜੀ ਉਹ ਪੜ੍ਹਿਆ ਲਿਖਿਆ ਤੇ ਸਾਰੇ ਹੀ ਪਿੰਡ ਦਾ ਨਾਮ ਜਿਹੜਾ ਉਸਦੇ ਨਾਮ ਤੋਂ ਜਾਣਿਆ ਜਾਂਦਾ ਸੀ। ਲੇਕਿਨ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਿ ਹਰ ਘਰ ਦੇ ਵਿੱਚੋਂ ਕੋਈ ਨਾ ਕੋਈ ਐਸਾ ਇੱਕ ਬੱਚਾ ਹੈ ਜਿਹਨੇ ਕਿ ਸਾਡਾ ਸਾਰੇ ਹੀ ਸਮਾਜ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ। ਜੀ ਹਾਂ ਦਰਸ਼ਕੋ, ਜਿਸ ਪਿੰਡ ਦੇ ਵਿੱਚ ਅੱਜ ਮੈਂ ਬੈਠਾ ਕੋਲਪੁਰ ਵਿਜੇਪੁਰ ਦੇ ਵਿਖੇ ਕੁਝ ਸਮਾਂ ਪਹਿਲਾਂ ਇੱਥੇ ਆਏ ਸੀ ਇੱਕ ਸ਼ਹੀਦ ਵੀਰ ਦੇ ਲਈ ਸਾਰੇ ਦਰਸ਼ਕਾਂ ਦੇ ਸਾਹਮਣੇ ਰੂਬਰੂ ਕਰਨ ਦੇ ਲਈ, ਜਿਨ੍ਹਾਂ ਦਾ ਨਾਮ ਸੀ ਸਰਦਾਰ ਕੁਲਬੀਰ ਸਿੰਘ ਜੀ। ਉਹ ਸ਼ਹੀਦ ਸਨ ਇਸ ਪਿੰਡ ਦੇ, ਜਿਨ੍ਹਾਂ ਨੇ ਸਾਡੇ ਤੱਕ ਵੀ ਇਹ ਚੀਜ਼ ਪਹੁੰਚਾਈ ਕਿ ਇਸ ਪਿੰਡ ਦੇ ਇੱਕ ਨੌਜਵਾਨ ਵੀਰ ਨੇ ਸ਼ਹਾਦਤ ਦੇ ਕੇ ਪੂਰੀ ਕੌਮ ਦਾ ਨਾਮ ਰੋਸ਼ਨ ਕੀਤਾ। ਤੇ ਮੈਨੂੰ ਫਖਰ ਹੈ ਇਸ ਗੱਲ ਨੂੰ ਤੁਹਾਡੇ ਸਾਹਮਣੇ ਕਹਿੰਦਿਆਂ ਹੋਇਆਂ ਕਿ ਇਸੇ ਪਿੰਡ ਦੀ ਇੱਕ ਸਾਡੀ ਭੈਣ ਨੇ 12ਵੀਂ ਕਲਾਸ ਦੇ ਵਿੱਚ 97.8% ਨੰਬਰ ਲੈ ਕੇ ਸਾਡੇ ਸਾਰਿਆਂ ਦਾ ਸਰ ਫਖਰ ਨਾਲ ਉੱਚਾ ਕਰ ਦਿੱਤਾ। ਤਾਂ ਮੈਨੂੰ ਮਾਣ ਹੈ ਕਿ ਅੱਜ ਉਹ ਭੈਣ ਸਾਡੇ ਨਾਲ ਬੈਠੀ ਹੈ ਤੇ ਮੈਂ ਸਾਰੇ ਹੀ ਸਮਾਜ ਦੇ ਸਾਹਮਣੇ ਉਹਨਾਂ ਨੂੰ ਜਿਹੜੇ ਵੀ ਪਰਿਵਾਰ ਹੋਂਦ ਚੈਨਲ ਦੇ ਉੱਤੇ ਲਾਈਵ ਵੇਖ ਰਹੇ ਉਹਨਾਂ ਤੱਕ ਇਹ ਲਾਈਵ ਵਿਜ਼ੂਅਲ ਪਹੁੰਚਾਉਣ ਲੱਗਾ। ਇਸ ਵੇਲੇ ਮੇਰੇ ਨਾਲ ਸਾਰੇ ਹੀ ਜਿਹੜੀ ਕਹਿੰਦੇ ਨਾ ਸੱਜੀ ਹੋਈ ਫੁਲਵਾੜੀ ਬੈਠੀ ਹੈ, ਸਾਰੇ ਹੀ ਪਰਿਵਾਰ ਦੇ ਮੈਂਬਰ ਜਿਹੜੇ ਉਹਨਾਂ ਦੇ ਹੈਗੇ ਨੇ, ਚਾਹੇ ਉਹ ਦਾਦੀ ਹੋਣ, ਚਾਹੇ ਉਹ ਮਾਮਾ ਜੀ ਹੋਣ, ਮਾਤਾ ਹੋਣ ਜਾਂ ਹੋਰ ਵੀ ਬਜ਼ੁਰਗ ਸਾਡੇ ਨਾਲ ਬੈਠੇ ਹੋਣ। ਮੈਂ ਸਾਰਿਆਂ ਨੂੰ ਹੀ ਹੋਂਦ ਚੈਨਲ ਦੇ ਉੱਤੇ ਜੀ ਆਇਆਂ ਨੂੰ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜੀ ਭੈਣ ਇਸ ਵੇਲੇ ਮੇਰੇ ਨਾਲ ਬੈਠੀ ਹੈ ਉਹਨਾਂ ਦਾ ਨਾਮ ਹੈ ਵੰਸ਼ਮੀਤ ਕੌਰ, ਜਿਨ੍ਹਾਂ ਨੇ ਕਿ 12th ਕਲਾਸ ਦੇ ਵਿੱਚ 97.8% ਮਾਰਕਸ ਹਾਸਿਲ ਕੀਤੇ ਹੈਗੇ ਨੇ। ਤੇ ਸਭ ਤੋਂ ਵੱਡੀ ਗੱਲ ਹੈ ਜੰਮੂ ਪ੍ਰੋਵਿੰਸ ਦੇ ਵਿੱਚ ਸਾਇੰਸ ਸਟਰੀਮ ਦੇ ਵਿੱਚ ਇਹਨਾਂ ਨੇ ਟੌਪ ਕੀਤਾ ਹੈ। ਤੇ ਮੇਰੇ ਹਿਸਾਬ ਨਾਲ ਤੇ ਮੇਰੇ ਕੋਲ ਸ਼ਬਦ ਹੀ ਨਹੀਂ ਹੈ ਕਿ ਮੈਂ ਕਿਸ ਤਰ੍ਹਾਂ ਦਾ ਸਵਾਗਤ ਕਰਾਂ ਚੈਨਲ ਦੇ ਉੱਤੇ, ਕਿਉਂਕਿ ਇਹੀ ਉਹ ਕੌਮ ਦੇ ਸਰਮਾਏ ਨੇ ਕਿ ਜਿਹੜੇ ਅੱਗੇ ਜਾ ਕੇ ਇਹਨਾਂ ਨੇ ਕੰਪੀਟੀਟਿਵ ਐਗਜ਼ਾਮ ਕੁਆਲੀਫਾਈ ਕਰਨੇ ਤੇ ਤੁਸੀਂ ਇਹਨਾਂ ਦੇ ਹੀ ਚਿਹਰੇ ਅੱਗੇ ਕਿਸੇ ਵੱਡੀ ਪੋਸਟਾਂ ਦੇ ਉੱਤੇ ਵੇਖਿਆ ਮਿਲਣੇ। ਤਾਂ ਮੈਂ ਕਈ ਵਾਰੀ ਕਹਿੰਦਾ ਨਾ ਕਿ ਜਦੋਂ ਕੋਈ ਬੱਚਾ ਸਿੱਖ ਫੈਮਿਲੀ ਤੋਂ ਪੜ੍ਹ ਕੇ ਅੱਗੇ ਟੌਪ ਕਰਦਾ ਨਾ ਤੇ ਉਸ ਦੇ ਨਾਲ ਸਮਾਜ ਦਾ ਸੁਧਾਰ ਕਿੱਦਾਂ ਹੁੰਦਾ ਕਿ ਇੱਕ ਤਾਂ ਉਹ ਗੁਰਬਾਣੀ ਪੜ੍ਹਦਾ ਤੇ ਦੂਜਾ ਉਹ ਸਿੱਖ ਕੌਮ ਤੋਂ ਤਾਲੁਕ ਰੱਖਦਾ, ਜਿਹੜਾ ਕਿ ਆਪਸੀ ਸਾਂਝਵਾਲਤਾ ਦੇ ਸੰਦੇਸ਼ ਪੂਰੀ ਸੰਸਾਰ ਦੇ ਵਿੱਚ ਦਿੰਦੇ ਹਨ
ਕਿਸੇ ਵੀ ਸੁਸਾਇਟੀ ਦੇ ਉਹਨਾਂ ਦੇ ਲਈ ਮਦਦ ਲਈ ਜਿਹੜੇ ਉਹਨਾਂ ਤੱਕ ਪੁੱਜਣਗੇ ਕਿ ਉਹ ਸਾਡੇ ਮਦਦ ਕਰਨ ਤੇ ਵਾਕਈ ਉਹ ਸਮਾਜ ਦੀ ਜਿਹੜੀ ਹੈ ਅੱਛੀ ਸਿਰਜਣਾ ਕਰ ਸਕਣਗੇ। ਮੈਂ ਆਪ ਜੀ ਨੂੰ ਹੋਂਦ ਚੈਨਲ ਦੇ ਉੱਤੇ ਜੀ ਆਇਆਂ ਨੂੰ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਤਾਂ ਮੈਂ ਪੂਰੀ ਹੋਂਦ ਚੈਨਲ ਦੀ ਟੀਮ ਦੇ ਵੱਲੋਂ ਅਤੇ ਜਿਹੜੇ ਵੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਸਾਰਿਆਂ ਦੇ ਤਰਫੋਂ ਤੁਹਾਨੂੰ ਕੰਗ੍ਰੈਚੁਲੇਟ ਕਰਦਾ ਕਿ ਤੁਸੀਂ ਸਾਡਾ ਸਾਰਿਆਂ ਦਾ ਨਾਮ ਫਖਰ ਨਾਲ ਉੱਚਾ ਕੀਤਾ ਹੈ। ਮੈਂ ਸਾਰਿਆਂ ਨੂੰ ਜੀ ਆਇਆਂ ਨੂੰ ਕਰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਤੱਕ ਇਹ ਚੀਜ਼ ਪਹੁੰਚਾਉਣਾ ਚਾਹਾਂਗਾ ਕਿ ਤੁਹਾਡਾ ਜਿਹੜਾ ਬੈਕਗਰਾਉਂਡ ਹੈ, ਜਿਹੜੀ ਕਲਾਸਿਸ ਉਹ ਕਿੱਥੋਂ ਸਟਾਰਟ ਹੋਈਆਂ, ਕਿਹੜੇ ਸਕੂਲ ਤੋਂ ਹੋਈਆਂ ਤੇ ਕਿੱਦਾਂ ਦਾ ਸਫ਼ਰ ਰਿਹਾ ਤੁਹਾਡਾ 12ਵੀਂ ਕਲਾਸ ਤੱਕ? ਮੈਂ ਸ਼ੁਰੂ ਤੋਂ ਹੀ ਇਸ ਐਮਵੀ ਇੰਟਰਨੈਸ਼ਨਲ ਸਕੂਲ ਵਿੱਚ ਹੀ ਪੜ੍ਹਦੀ ਆ ਰਹੀ ਹਾਂ, ਯੂਕੇਜੀ ਤੋਂ ਲੈ ਕੇ। ਉਸ ਤੋਂ ਪਹਿਲੇ ਅਸੀਂ ਡੈਡੀ ਨਾਲ ਬਾਹਰ ਰਹਿੰਦੀ ਸੀ ਤੇ ਉਧਰ ਹੀ ਪੜ੍ਹਾਈ ਕੀਤੀ ਤੇ ਹੁਣ ਯੂਕੇਜੀ ਤੋਂ ਲੈ ਕੇ 12th ਤੱਕ ਮੈਂ ਐਮਵੀ ਇੰਟਰਨੈਸ਼ਨਲ ਸਕੂਲ ਵਿੱਚ ਹੀ ਪੜ੍ਹਾਈ ਕੀਤੀ ਹੈ ਪੂਰੀ। ਔਰ ਅੱਜ ਇਹ ਰਿਜ਼ਲਟ ਆਇਆ ਮੇਰਾ 12th ਤੇ ਦਾ। ਪਾਪਾ ਤੁਹਾਡੇ ਆਰਮੀ ਦੇ ਵਿੱਚ ਹੀ ਹੈਗੇ ਨੇ? ਹਾਂਜੀ, ਆਰਮੀ 'ਚ ਥੇ ਤੇ ਰਿਟਾਇਰ ਆ ਗਏ ਨੇ, ਹੁਣ ਬਾਹਰ ਨੇ ਫੋਰਨ। ਬਿਲਕੁਲ, ਜਿੱਦਾਂ ਆਪਾਂ ਕਹਿੰਦੇ ਆ ਨਾ ਕਿ ਕਿਸੇ ਵੀ ਕਲਾਸ ਦੇ ਵਿੱਚ ਸਕੋਰ ਟੌਪ ਕਰਨਾ ਹੁੰਦਾ ਨਾ ਤੇ ਟੀਚਰਾਂ ਦਾ ਬੜਾ ਸਹਿਯੋਗ ਰਹਿੰਦਾ ਉਸ ਦੇ ਵਿੱਚ। ਤੇ ਕਿੱਦਾਂ ਦਾ ਰਿਹਾ ਸਪੋਰਟ ਉਹਨਾਂ ਦਾ? ਟੀਚਰਾਂ ਦਾ ਬਹੁਤ ਜ਼ਿਆਦਾ ਸਪੋਰਟ ਰਿਹਾ। ਸਕੂਲ ਵਾਲੇ ਟੀਚਰਸ ਬਹੁਤ ਹੀ ਜ਼ਿਆਦਾ ਅੱਛੀ ਤਰ੍ਹਾਂ ਗਾਈਡ ਕਰਦੇ ਹੀ ਹਨ, ਮੋਟੀਵੇਟ ਕਰਦੇ ਹੀ ਟਾਈਮ ਟੂ ਟਾਈਮ। ਸਾਡੇ ਜਿਹੜੇ ਪ੍ਰਿੰਸੀਪਲ ਸਰ ਹੈ, ਡਾਇਰੈਕਟਰ ਸਰ ਹੈ, ਉਹ ਟਾਈਮ ਟੂ ਟਾਈਮ ਮੀਟਅਪਸ ਆਰਗੇਨਾਈਜ਼ ਕਰਦੇ ਹੀ ਤਾਂ ਕਿ ਬੱਚਿਆਂ ਨੂੰ ਗਾਈਡੈਂਸ ਦੇ ਸਕੀਏ ਕਿ ਕਿਸ ਤਰ੍ਹਾਂ ਕਿਸ ਟਾਈਮ ਤੇ ਕਿਸ ਤਰ੍ਹਾਂ ਅਸੀਂ ਆਪਣੇ ਕੰਮ ਲੈਣਾ ਹੈ। ਤਾਂ ਹਰ ਇੱਕ ਇਨਸਾਨ ਦੀ ਲਾਈਫ ਦੇ ਵਿੱਚ ਨਾ ਦੋ ਪਾਰਟਸ ਹੁੰਦੇ ਹੈਗੇ ਨਾ। ਪਹਿਲਾ ਪਾਰਟ ਹੋ ਗਿਆ ਸਕੂਲ ਦਾ, ਜਦੋਂ ਕਿ ਸਾਡੇ ਟੀਚਰ ਸਾਨੂੰ ਉਸ ਚੀਜ਼ ਦਾ ਗਿਆਨ ਦਿੰਦੇ, ਸਾਡੀ ਕੁਆਲੀਫਿਕੇਸ਼ਨ ਦਾ, ਸਾਡੀ ਕਲਾਸਿਸ ਦਾ ਜੋ ਵੀ ਸਾਡਾ ਸਿਲੇਬਸ ਹੁੰਦਾ ਉਹ ਪੜ੍ਹਾਇਆ ਜਾਂਦਾ ਹੈ। ਤੇ ਦੂਸਰਾ ਹੁੰਦਾ ਸੈਲਫ ਸਟੱਡੀ ਦਾ, ਜਦੋਂ ਆਪਾਂ ਉਹ ਪਾਰਟ ਨੂੰ ਖ਼ਤਮ ਕਰਕੇ ਘਰ ਦੇ ਵਿੱਚ ਆਉਂਦੇ ਹਾਂ। ਘਰ ਦੇ ਵਿੱਚ ਸਾਡੇ ਮਾਤਾ ਪਿਤਾ, ਬਜ਼ੁਰਗ, ਸਾਡੇ ਛੋਟੇ ਭਰਾ ਜਾਂ ਵੱਡੇ ਭਰਾ, ਉਹਨਾਂ ਦਾ ਸਪੋਰਟ ਸਾਡੇ ਲਈ ਬੜਾ ਜ਼ਰੂਰੀ ਹੁੰਦਾ, ਕਿਉਂਕਿ ਜਿਹੜੀ ਮੇਨ ਸਟਰੀਮ ਪੜ੍ਹਾਈ ਉਹ ਆਪਾਂ ਘਰ ਆ ਕੇ ਹੀ ਕਰਦੇ ਹਾਂ। ਉੱਥੇ ਤੇ ਆਪਾਂ ਸਿੱਖ ਕੇ ਆਉਂਦੇ ਹਾਂ ਨਾ, ਉਸ ਚੀਜ਼ ਦੇ ਉੱਪਰ ਅਮਲ ਕਰਨਾ ਘਰ ਆ ਕੇ। ਤੇ ਘਰਦਿਆਂ ਦਾ ਕਿੱਦਾਂ ਦਾ ਸਪੋਰਟ ਰਿਹਾ ਤੁਹਾਡਾ? ਘਰ ਦੇ ਬਹੁਤ ਹੀ ਜ਼ਿਆਦਾ ਸਪੋਰਟਿਵ ਨੇ। ਮੇਰੇ ਘਰ ਦੇ ਸਾਰੇ ਜਣੇ, ਚਾਹੇ ਉਹ ਮੇਰੇ ਬ੍ਰਦਰ ਹੋਣ ਜਾਂ ਸਿਸਟਰਸ ਹੋਣ ਜਾਂ ਮੰਮੀ ਪਾਪਾ, ਚਾਚਾ ਚਾਚੀ, ਤਾਈ ਜੀ, ਸਭ ਕੁਝ ਮਤਲਬ ਸਾਰੇ ਬਹੁਤ ਜ਼ਿਆਦਾ ਸਪੋਰਟਿਵ ਰਹੇ ਨੇ ਅੱਜ ਤੱਕ ਵੀ। ਔਰ ਇਹ ਰਿਜ਼ਲਟ ਸੁਣ ਕੇ ਵੀ ਸਾਰੇ ਬਹੁਤ ਜ਼ਿਆਦਾ ਖੁਸ਼ ਹੀ। ਇੱਕ ਚੀਜ਼ ਤਾਂ ਮੈਂ ਜ਼ਰੂਰ ਲਾਜ਼ਮੀ ਤੌਰ ਤੇ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਕਿਉਂਕਿ ਸਾਡੀ ਵੀ ਸਟਰੀਮ ਰਹੀ, ਆਪਾਂ ਕਲਾਸਿਸ ਦੇ ਬੋਰਡ ਦੇ ਵਿੱਚੋਂ 10th 12th ਕਲਾਸ ਕਰਕੇ ਆਪਾਂ ਬੀਟੈਕ ਕੀਤੀ ਅੱਗੇ। ਤਾਂ ਮੈਨੂੰ ਕਈ ਵਾਰੀ ਇਹ ਵੀ ਦੇਖਣ ਨੂੰ ਮਿਲਦਾ ਯਾਰ ਕਿ ਜਦੋਂ ਸਾਡਾ ਵਕਤ ਹੁੰਦਾ ਸੀ ਤਾਂ 60 ਤੇ 70% ਦੇ ਗੇੜ ਦੇ ਵਿੱਚ ਜਿਹੜੇ ਆਪਾਂ ਹੁੰਦਾ ਸੀ ਨਾ, ਪੂਰਾ ਪਰਿਵਾਰ ਖੁਸ਼ ਹੁੰਦਾ ਸੀ ਵਾਕਈ ਯਾਰ ਕਿ ਸਾਡੇ ਬੱਚੇ ਨੇ 65 ਤੋਂ 70% ਨੰਬਰ ਲਏ। ਕੀ ਰਾਜ਼ ਹੈ ਕਿ 97% ਨੰਬਰ ਉਹ ਟੌਪ ਕਰਨਾ ਪੂਰੇ ਰੀਜਨ ਦੇ ਵਿੱਚ? ਕਿਹੜੀ ਸ਼ਕਤੀ ਹੈ ਜਿਹੜੀ ਮਤਲਬ ਕਿ ਤੁਹਾਨੂੰ ਪ੍ਰਮੋਟ ਕਰਦੀ ਹੈ ਕਿ ਤੁਸੀਂ ਅੱਗੇ ਆ ਕੇ ਐਸਾ ਪੜ੍ਹਨਾ ਹੈ? ਜਾਂ ਤੇ ਤੁਹਾਡੀ ਪੜ੍ਹਾਈ ਵੈਸੀ ਹੈ ਜਾਂ ਤੇ ਤੁਹਾਡਾ ਇਨਵਾਇਰਨਮੈਂਟ ਵੈਸਾ ਹੈ ਸਕੂਲ ਦਾ ਕਿ ਤੁਹਾਨੂੰ ਇੰਨਾ ਜ਼ਿਆਦਾ ਪਾਰਟਿਸਿਪੇਟ ਕਰਦਾ ਪੜ੍ਹਾਈ ਦੇ ਵਿੱਚ ਕਿ ਇੰਨਾ ਬੂਸਟਅਪ ਕਰਦਾ, ਤੁਸੀਂ ਅੱਗੇ ਆ ਕੇ ਐਸਾ ਰਿਜ਼ਲਟ ਦਿੰਦੇ ਹੋ ਸੋਸਾਇਟੀ ਨੂੰ? ਪੜ੍ਹਾਈ ਦੇ ਵਿੱਚ ਸ਼ੁਰੂ ਤੋਂ ਮਤਲਬ ਫੈਮਿਲੀ 'ਚ ਵੀ ਸ਼ੁਰੂ ਤੋਂ ਮਤਲਬ ਸਭ ਤੋਂ ਜ਼ਿਆਦਾ ਜ਼ੋਰ ਪੜ੍ਹਾਈ 'ਤੇ ਦਿੱਤਾ ਜਾਂਦਾ ਹੈ ਸਾਡੇ ਘਰ 'ਚ। ਮਤਲਬ ਫਸਟ ਪ੍ਰਾਇੋਰਟੀ ਜਿਹੜੀ ਸਾਡੀ ਹੈ ਉਹ ਪੜ੍ਹਾਈ ਹੀ ਹੈ। ਨਹੀਂ, ਇੱਦਾਂ ਤਾਂ ਸਾਡੇ ਵੀ ਘਰ ਦੇ, ਮੈਂ ਕਹਿ ਰਿਹਾ ਨਾ, ਜਿਵੇਂ ਮੈਂ ਪਹਿਲਾਂ ਹੀ ਵਰਡ ਕਿਹਾ ਸੱਜੀ ਹੋਈ ਫੁੱਲਵਾੜੀ ਬੈਠੀ ਹੈ, ਮੇਰੇ ਘਰ ਦੇ ਵੀ ਮੈਨੂੰ ਇੱਦਾਂ ਹੀ ਕਹਿੰਦੇ ਹੁੰਦੇ ਸੀ ਕਿ ਯਾਰ ਪੜ੍ਹਿਆ ਕਰ, ਕੁਛ ਤੇਰਾ ਅੱਗੇ ਬਣ ਜਾਏਗਾ, ਅੱਛੀ ਜਗ੍ਹਾ ਤੇ ਚਲੇ ਜਾਓਗੇ, ਸਾਰੇ ਇੱਕ ਘਰ ਦਾ ਤੇ ਪਰਿਵਾਰ ਦਾ, ਪੂਰੇ ਸਮਾਜ ਦਾ ਨਾਮ ਤੁਸੀਂ ਰੋਸ਼ਨ ਕਰੋਗੇ। ਲੇਕਿਨ ਫਿਰ ਵੀ ਇੰਨੇ ਜ਼ਿਆਦਾ ਮਾਰਕਸ ਨੂੰ ਗੇਨ ਕਰਨ ਦੇ ਲਈ ਪ੍ਰੈਪਰੇਸ਼ਨ ਆਪਾਂ ਵੀ ਸਮਝਦੇ ਕਿ ਬਹੁਤ ਹਾਈ ਲੈਵਲ ਦੀ ਚਾਹੀਦੀ ਹੁੰਦੀ ਹੈ। ਤੇ ਮਤਲਬ ਇੱਕ ਹੁੰਦਾ ਨਾ ਕਿ ਮੋਰਲ ਮਿਲਣਾ ਆਪਣੀ ਜ਼ਿੰਦਗੀ ਦੇ ਵਿੱਚ ਕਿ ਉਸ ਚੀਜ਼ ਨੂੰ ਆਪਾਂ ਪੜ੍ਹਨਾ ਹੈ ਤੇ ਕੋਈ ਐਸਾ ਸਪੋਰਟ ਰਹਿੰਦਾ ਸਾਡੇ ਪਿੱਛੇ ਕਿ ਨਹੀਂ, ਸਾਨੂੰ ਦੱਸਦਾ ਹੈ ਕਿ ਜਾਂ ਸਾਡੇ ਪੇਰੈਂਟਸ ਇੰਨੀ ਮਿਹਨਤ ਕਰ ਰਹੇ ਨੇ ਸਾਡੇ ਲਈ ਜਾਂ ਟੀਚਰਸ ਇੰਨੇ ਮਿਹਨਤ ਕਰ ਰਹੇ ਨੇ। ਕਿਹੜੀ ਚੀਜ਼ ਹੈ ਜਿਹਨੇ ਤੁਹਾਨੂੰ ਸਭ ਤੋਂ ਜ਼ਿਆਦਾ ਬੂਸਟ ਅਪ ਕੀਤਾ ਲਾਈਫ ਦੇ ਵਿੱਚ? ਇਹੋ ਹੀ ਜਿਹੜੇ ਮੇਰੇ ਪੇਰੈਂਟਸ ਮੇਰੇ ਲਈ ਹਾਰਡ ਵਰਕ ਕਰਦੇ ਪਏ, ਸਾਡੇ ਟੀਚਰਸ ਨੇ ਇੰਨਾ ਹਾਰਡ ਵਰਕ ਕੀਤਾ, ਇਸ ਤੋਂ ਜ਼ਿਆਦਾ ਵੱਡੀ ਮੋਟੀਵੇਸ਼ਨ ਕਦੇ ਹੋ ਹੀ ਨਹੀਂ ਸਕਦੀ ਕਿ ਤੁਹਾਡੇ ਪੇਰੈਂਟਸ ਅਗਰ ਤੁਹਾਡੇ ਵਾਸਤੇ ਇੰਨਾ ਹਾਰਡ ਵਰਕ ਕਰਦੇ ਪਏ ਤੇ ਤੁਹਾਡਾ ਵੀ ਫਰਜ਼ ਬਣਦਾ ਕਿ ਉਹਨਾਂ ਨੂੰ ਕੁਝ ਦਿਓ ਬਦਲੇ 'ਚ। ਤਾਂ ਮੈਂ ਵੀ ਹਾਰਡ ਵਰਕ ਕਰਕੇ ਇਤਨੇ ਮੁਕਾਮ ਤੇ ਪੁੱਜਣਾ ਚਾਹੁੰਦੀ ਹਾਂ ਕਿ ਮੈਂ ਆਪਣੇ ਪੇਰੈਂਟਸ ਨੂੰ ਇੱਕ ਅੱਛੀ ਲਾਈਫ ਦੇ ਸਕਾਂ। ਆਪਣੀ ਵਿਸ਼ੇਸ ਦੇ ਨਾਲ ਨਾਲ ਮੈਂ ਦੂਸਰੇ ਲੋਕਾਂ ਦੇ ਵੀ ਡ੍ਰੀਮਸ ਨੂੰ ਫੁੱਲਫਿਲ ਕਰਨਾ ਚਾਹੁੰਦੀ ਹਾਂ। ਬਿਲਕੁਲ, ਹੁਣ ਤਾਂ ਇਹ ਹੋ ਗਿਆ ਤੁਹਾਡਾ ਸਫ਼ਰ ਜਿਹੜਾ 12ਵੀਂ ਤੱਕ ਦਾ ਕਲੀਅਰ, ਹੁਣ ਸੈਕਿੰਡ ਸਟੇਜ ਤੁਹਾਡੀ ਲਾਈਫ ਦੀ ਸਟਾਰਟ ਹੋਣੀ ਹੈ। ਕੀ ਕੋਈ ਸੋਚਿਆ ਅੱਗੇ ਦਾ? ਕੰਪੀਟੀਟਿਵ ਲਈ ਤਿਆਰੀ ਕਰੋਗੇ? ਜਿੱਦਾਂ ਤੁਹਾਡੀ ਸਟਰੀਮ ਸਾਇੰਸ ਹੈ, ਕੀ ਸੋਚਿਆ ਅੱਗੇ ਦਾ? ਮੈਂ ਜੇਈ ਦਾ ਵੀ ਐਗਜ਼ਾਮ ਦਿੱਤਾ ਹੈ, ਮੇਨਸ ਦਾ ਹੋ ਗਿਆ ਤੇ ਐਡਵਾਂਸ ਦਾ ਦੇਣਾ ਹੈ ਤੇ ਬੀਟੈਕ ਕਰਨੀ ਹੈ ਇੰਜੀਨੀਅਰਿੰਗ ਵਿੱਚ। ਬਿਲਕੁਲ ਬਿਲਕੁਲ, ਤਾਂ ਬੜਾ ਹੀ ਮਾਣ ਮਹਿਸੂਸ ਹੁੰਦਾ ਜਿਲੇ ਤੁਹਾਡੇ ਸਾਹਮਣੇ ਐਸੀ ਕਹਾਣੀਆਂ ਆਪਾਂ ਲੈ ਕੇ ਆਉਂਦੇ ਹਾਂ, ਕਿਉਂਕਿ ਮੇਰੇ ਲਈ ਤਾਂ ਫਖਰ ਦੀ ਗੱਲ ਹੈ। ਮੈਂ ਤੁਹਾਨੂੰ ਪਹਿਲੇ ਹੀ ਕਿਹਾ ਕਿ ਇੱਕ ਵਾਰ ਪਹਿਲੇ ਇੱਥੇ ਆਏ ਸੀ ਇੱਕ ਸ਼ਹੀਦ ਪਰਿਵਾਰ ਦੇ ਰੂਬਰੂ ਕਰਵਾਉਣ ਦੇ ਲਈ ਸਮਾਜ ਨੂੰ ਕਿ ਉਹਨੇ ਆਪਣਾ ਜਿਹੜਾ ਪਰਚਮ ਲਹਿਰਾਇਆ, ਸ਼ਹੀਦ ਹੋਇਆ ਇਸ ਦੇਸ਼ ਦੇ ਲਈ, ਕੌਮ ਦੇ ਲਈ। ਤਾਂ ਅੱਜ ਦੂਸਰੀ ਵਾਰੀ ਇੱਥੇ ਆਉਣ ਦਾ ਮੌਕਾ ਮਿਲ ਰਿਹਾ ਟੀਮ ਦੇ ਨਾਲ ਪੂਰੀ। ਐਸਾ ਮਾਣ ਮਹਿਸੂਸ ਹੁੰਦਾ ਕਿ 97.8% ਉਹ ਵੀ CBSE ਬੋਰਡ ਦੇ ਵਿੱਚ ਜਿਹੜੇ ਸੁਣਨਗੇ ਇਸ ਆਵਾਜ਼ ਨੂੰ, ਮੈਨੂੰ ਲੱਗਦਾ ਕਿ ਆਪਣੇ ਬੱਚਿਆਂ ਤੱਕ ਵੀ ਐਸੇ ਇੰਟਰਵਿਊਜ਼ ਨੂੰ ਪਹੁੰਚਾਉਣਗੇ। ਸਾਡਾ ਹਮੇਸ਼ਾ ਹੀ ਇੱਕ ਕੰਮ ਰਹਿੰਦਾ ਕਿ ਸੋਸਾਇਟੀ ਦੇ ਲਈ ਇੱਕ ਪੋਜ਼ਿਟਿਵ ਸੁਨੇਹਾ ਆਪਾਂ ਦੇ ਸਕੀਏ। ਹੋਰ ਵੀ ਬੜੇ ਸਾਡੇ ਨਾਲ ਇਸ ਵੇਲੇ ਪੂਰਾ ਪਰਿਵਾਰ ਬੈਠਾ ਹੋਇਆ,
ਮੇਰੇ ਨਾਲ ਇਸ ਵੇਲੇ ਵੀਰ ਬੈਠੇ ਨੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੇ ਇੱਥੇ ਦੇ, ਤਾਂ ਮੈਂ ਜ਼ਰੂਰ ਇਹਨਾਂ ਤੋਂ ਵੀ 2-4 ਸ਼ਬਦ ਜ਼ਰੂਰ ਇਸ ਬੱਚੇ ਦੇ ਲਈ ਲੈਣਾ ਚਾਹਾਂਗਾ ਕਿ ਕੀ ਕੁਝ ਜਿਹੜਾ ਰੀਜਨ ਹੈ, ਜਿਹੜੀ ਜਗ੍ਹਾ ਇੱਥੇ ਦੀ ਕੋਲਪੁਰ ਇਲਾਕਾ ਵਿਜੇਪੁਰ ਦਾ ਕੀ ਮਹਿਸੂਸ ਕਰਦਾ ਜੀ ਐਸੇ ਬੱਚਿਆਂ ਦੀ ਪ੍ਰਾਪਤੀ ਦੇ ਉੱਪਰ ਜਿਨ੍ਹਾਂ ਨੇ ਇੰਨੇ ਅੱਛੇ ਅੰਕ ਸਕੋਰ ਕੀਤੇ ਉਹਦੇ। ਆਪ ਜੀ ਦਾ ਵੀ ਜੀ ਆਇਆਂ ਨੂੰ ਕਰਦਾ ਹੋਂਦ ਵਿਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਇੱਥੇ ਹੋਂਦ ਚੈਨਲ ਨੂੰ ਜੀ ਆਇਆਂ ਆਖਦੇ ਹਾਂ, ਕਿਉਂਕਿ ਸਾਡੀ ਹਰ ਆਵਾਜ਼ ਸੁਣ ਲਈ, ਹਰ ਮੁੱਦਾ ਉਠਾਉਣ ਲਈ ਇਹ ਟੀਮ ਸਾਡੇ ਕੋਲ ਪਹੁੰਚਦੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਅੱਜ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋਇਆ ਹੈ ਕਿ ਸਾਡੀ ਬੱਚੀ ਜਿਹੜੀ ਮੇਰੀ ਕਜ਼ਨ ਸਿਸਟਰ ਭਾਂਜੀ ਹੈ, ਉਹਨੇ ਪ੍ਰੋਵਿੰਸ ਲੈਵਲ ਤੇ ਜਿਹੜਾ ਟਾਪ ਕੀਤਾ ਹੈ। ਜਿੱਥੇ ਪਰਿਵਾਰ ਨੂੰ ਮਾਣ ਹੈ, ਉੱਥੇ ਨਗਰ ਨੂੰ ਮਾਣ ਬਹੁਤ ਹੈ। ਅੱਜ ਤੋਂ ਪਹਿਲਾਂ ਸਾਨੂੰ ਕਈ ਲੋਕ ਇਹ ਕੁਐਸਚਨ ਪੁੱਟ ਅਪ ਕਰਦੇ ਸੀ ਕਿ ਤੁਹਾਡੇ ਬੱਚੇ ਕਿੰਨੇ ਟਾਪ ਕੀਤੇ ਨੇ, ਕਿੰਨੇ ਇੰਜੀਨੀਅਰ ਹਨ, ਕਿੰਨੇ ਡਾਕਟਰ ਹਨ। ਪਰ ਅੱਜ ਸਾਨੂੰ ਇਹ ਮਾਣ ਮਹਿਸੂਸ ਹੋ ਰਿਹਾ ਕਿ ਜਿੱਥੇ ਪਹਿਲਾਂ ਲੋਕ ਇੰਨੇ ਅਵੇਅਰ ਨਹੀਂ ਸੀ ਸਨ ਨਗਰ ਦੇ, ਲੇਕਿਨ ਅੱਜ ਜੋ ਕੰਪੀਟੀਸ਼ਨ ਹੈ ਉਸ ਨੂੰ ਦੇਖਦੇ ਹੋਏ ਬਹੁਤ ਲੋਕ ਅਵੇਅਰ ਹਨ। ਅੱਜ ਅਸੀਂ ਦੱਸ ਦਈਏ ਆਪ ਜੀ ਨੂੰ ਕਿ ਸਾਡੇ ਨਗਰ ਦੀਆਂ 4 ਬੱਚੀਆਂ ਜਿਹੜੀਆਂ ਨੇ ਪਹਿਲਾਂ ਹੀ MBBS ਦੀ ਜਿਹੜਾ ਹੈ ਉਹ ਟ੍ਰੇਨਿੰਗ ਕਰ ਰਹੀਆਂ ਹਨ। ਅੱਜ ਬੈਂਕ ਦੇ ਵਿੱਚ ਬਹੁਤ ਸਾਰੇ ਬੱਚੇ ਜੌਬ ਕਰ ਰਹੇ ਹਨ। ਪੁਲਿਸ ਡਿਪਾਰਟਮੈਂਟ ਦੇ ਵਿੱਚ ਅੱਛੀਆਂ ਪੋਸਟਾਂ ਦੇ ਸਾਡੇ ਬੱਚੇ ਹਨ। ਤੇ ਇਹ ਇੱਕ ਜੋ ਬੱਚੇ ਨੂੰ ਐਨਕਰੇਜਮੈਂਟ ਮਿਲਦੀ ਹੈ। ਜਿਵੇਂ ਇਸੇ ਪਰਿਵਾਰ ਦੀ ਗੱਲ ਕਰੀਏ, ਇਹਨਾਂ ਦੇ ਵੱਡੇ ਜਿਹੜੀ ਹੈ ਤਾਈ ਜੀ, ਇਹਨਾਂ ਦੀ ਬੇਟੀ ਜਿਹੜੀ ਹੈ ਉਹ MBBS ਪਿਛਲੀ ਵਾਰ ਉਹਨਾਂ ਨੇ ਨੀਟ ਕਲੀਅਰ ਕੀਤੀ ਸੀ। ਅੱਜ ਉਹ ਵੀ ਜਿਹੜਾ MBBS ਦਾ ਕੋਰਸ ਕਰ ਰਹੇ ਹਨ। ਤੇ ਬੱਚਿਆਂ ਨੂੰ ਐਨਕਰੇਜਮੈਂਟ ਮਿਲਦੀ ਹੈ ਆਪਣੇ ਤੋਂ ਵੱਡਿਆਂ ਨੂੰ ਕਿ ਅਸੀਂ ਅੱਜ ਪੜ੍ਹਨ ਵਾਲੇ ਪਾਸੇ ਜਾਈਏ, ਨਾ ਕਿ ਅਸੀਂ ਜੋ ਅੱਜ ਦਾ ਦੌਰ ਹੈ, ਅੱਜ ਬੱਚੀਆਂ ਜਿਹੜੀਆਂ ਨੇ, ਜਿੱਥੇ ਅੱਜ ਬੱਚੀਆਂ ਨੂੰ ਦੁਤਕਾਰਿਆ ਗਿਆ ਹੈ ਸਮਾਜ ਦੇ ਵਿੱਚ, ਅੱਜ ਉਸ ਪਰਮਾਤਮਾ ਵੱਲੋਂ ਇਹਨਾਂ ਨੂੰ ਇੰਨਾ ਸ਼ਕਤੀਸ਼ਾਲੀ ਪਰਮਾਤਮਾ ਨੇ ਬਣਾਇਆ ਹੈ ਇਹਨਾਂ ਦੀ ਬੁੱਧੀ ਨੂੰ। ਅੱਜ ਹਰ ਜਗ੍ਹਾ ਧੀਆਂ ਜਿਹੜੀਆਂ ਮੱਲਾਂ ਮਾਰ ਰਹੀਆਂ ਹਨ। ਤਾਂ ਸਾਡੇ ਨਗਰ ਨੂੰ ਬਹੁਤ ਮਾਣ ਮਹਿਸੂਸ ਹੈ। 10 ਨੂੰ ਤੇ ਜਿਸ ਲਈ ਪਤਾ ਲੱਗਾ, ਬਹੁਤ ਮਨ 'ਚ ਖੁਸ਼ੀ ਹੋਈ ਕਿ ਐਸੀਆਂ ਬੱਚੀਆਂ ਅਗਰ ਸਾਡੇ ਨਗਰ ਦੀਆਂ ਹੋਰ ਬੱਚੇ ਨਿਕਲਣਗੇ, ਇਹਨਾਂ ਨੂੰ ਦੇਖ ਕੇ ਹੋਰ ਵੀ ਬੱਚੇ ਪ੍ਰੇਰਿਤ ਹੋਣਗੇ। ਅਤੇ ਨਾਲ ਨਾਲ ਮੈਂ ਇਹ ਬੱਚੀ ਨੂੰ ਕਹਿਣਾ ਚਾਹੁੰਦਾ ਕਿ ਜਿੱਥੇ ਅਸੀਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਜਿੱਥੇ ਅਸੀਂ ਮੱਲਾਂ ਮਾਰੀਆਂ ਹਨ ਦੁਨਿਆਵਿਕ ਪੜ੍ਹਾਈ ਦੇ ਵਿੱਚ, ਉੱਥੇ ਸਿੱਖੀ ਨੂੰ ਪ੍ਰਪੱਖ ਰੱਖਣਾ ਹੈ। ਜਿਵੇਂ ਪਰਿਵਾਰ ਦੇ ਵਿੱਚ ਇਹਨਾਂ ਦੇ ਦਾਦਾ ਜੀ ਗ੍ਰੰਥੀ ਸਿੰਘ ਹਨ, ਤਾਂ ਇਹ ਮਾਣ ਬੜਾ ਮਹਿਸੂਸ ਹੁੰਦਾ ਜਿਸ ਲਈ ਸਾਡੇ ਕੋਲ ਦੋਵੇਂ ਚੀਜ਼ਾਂ ਹੋਣ, ਸਿੱਖੀ ਵੀ ਸੰਭਾਲੀ ਹੋਏ ਅਤੇ ਐਜੂਕੇਸ਼ਨ ਵੀ ਵਧੀਆ ਹੋਏ। ਅਤੇ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੱਸਦੀ ਹੈ ਨਾ ਕਿ ਸੋ ਕਿਉ ਮੰਦਾ ਆਖੀਆ ਜਿਤ ਜੰਮੈ ਰਾਜਾਨ। ਉਸ ਪਰਮਾਤਮਾ ਅਕਾਲ ਪੁਰਖ ਨੇ ਤੇ ਪਹਿਲੇ ਹੀ ਇਸ ਉਪਾਧੀ ਤੇ ਬਿਠਾਇਆ ਹੋਇਆ ਸਾਡੀ ਭੈਣਾਂ ਮਾਤਾਵਾਂ ਨੂੰ, ਕਿ ਮੈਂ ਸਮਝਦਾ ਕਿ ਰਹਿੰਦੀ ਦੁਨੀਆ ਤੱਕ ਇੱਕ ਮਿਸਾਲ ਰਹੇਗੀ ਸਿੱਖ ਕੌਮ ਦੇ ਅੰਦਰ। ਤੇ ਦੂਜੀ ਗੱਲ ਰਹੀ ਪੰਜਾਬੀ ਦੀ, ਤੇ ਆਪਾਂ ਕਹਿੰਦੇ ਵੀ ਰਹਿੰਦੇ ਹਾਂ ਕਿ ਮਾਂ ਬੋਲੀ ਪੰਜਾਬੀ ਕਦੇ ਵੀ ਆਪਣੀ ਨਹੀਂ ਛੱਡਣੀ ਚਾਹੀਦੀ, ਆਪਾਂ ਜਿੱਥੇ ਵੀ ਬਹਿ ਜਾਈਏ। ਇੱਕ ਸਿੱਖ ਦੀ ਪਹਿਚਾਣ ਹੈ। ਅਗਰ ਇੱਕ ਸਿੱਖ ਦੀ ਜਿਹੜੀ ਪਹਿਚਾਣ ਪੂਰੇ ਵਰਲਡ ਦੇ ਵਿੱਚ ਪਹਿਚਾਣੀ ਜਾਂਦੀ ਉਹਦੀ ਦਸਤਾਰ ਤੋਂ ਤੇ ਉਹਦੀ ਸਿੱਖੀ ਤੋਂ, ਤੇ ਜੇਕਰ ਉਹਦੀ ਮਾਂ ਬੋਲੀ ਪੰਜਾਬੀ ਪਛਾਣੀ ਜਾਂਦੀ, ਉਹਦੇ ਪਹਿਲੇ ਬੋਲ ਜਦੋਂ ਮੂੰਹ ਦੇ ਵਿੱਚ ਨਿਕਲਦੇ ਨੇ, ਕਿਸੇ ਨਾਲ ਵੀ ਬੈਠਾ ਹੋਏਗਾ ਲਾਜ਼ਮੀ ਤੌਰ ਤੇ ਅਗਰ ਉਹ ਪੰਜਾਬੀ ਪਰਪੱਕ ਬੋਲਦਾ ਤੇ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਕਾਬਲੇ ਤਾਰੀਫ ਹੈ। ਕਹਿ ਰਹੇ ਸੀ ਕਿ ਉਹਨਾਂ ਦੇ ਦਾਦਾ ਜੀ ਜਿਹੜੇ ਹੈਗੇ ਨੇ ਗ੍ਰੰਥੀ ਸਿੰਘ ਹਨ, ਤੇ ਇਹਨਾਂ ਦੀ ਬੋਲੀ ਦੇ ਵਿੱਚ ਵੀ ਉਹ ਪੰਜਾਬੀ ਜਿਹੜੀ ਝਲਕ ਰਹੀ ਸੀ, ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਸੀ। ਕਈ ਵਾਰੀ ਆਪਾਂ ਕਰਦੇ ਹਾਂ ਨਾ ਕਿ ਦੁਨਿਆਵੀ ਚੀਜ਼ਾਂ ਨੂੰ ਵੇਖਦੇ ਹੋਏ ਜਦੋਂ ਆਪਾਂ ਇਸ ਮੁਕਾਮ ਤੇ ਪੁੱਜ ਜਾਂਦੇ ਹਾਂ ਕਿ ਜਿੱਥੇ ਦੁਨੀਆ ਨੂੰ ਕੁਝ ਸਿਖਾਉਣਾ ਹੁੰਦਾ ਨਾ, ਉੱਥੇ ਫਿਰ ਆਪਾਂ ਇੱਕ ਸਟੈਪ ਪਿੱਛੇ ਹਟ ਜਾਂਦੇ ਹਾਂ। ਕਿਉਂਕਿ ਪਰਮਾਤਮਾ ਸਾਨੂੰ ਸਿਖਾਉਂਦੇ ਨੇ ਕਿ ਆਪਣੀ ਸ਼ਖਸੀਅਤ ਨੂੰ ਇੰਨਾ ਬਰਕਰਾਰ ਕਰਨਾ ਹੈ ਕਿ ਜਦ ਤੁਸੀਂ ਕਿਸੇ ਨਾਲ ਬੈਠੇ ਹੋਵੋ, ਤੁਹਾਡੇ ਮੂੰਹ ਦੇ ਵਿੱਚੋਂ ਨਿਕਲਦੇ ਹੋਏ ਅੱਖਰ ਕਿਸੇ ਦੂਸਰੀ ਦੀ ਜ਼ਿੰਦਗੀ ਦੇ ਵਿੱਚ ਜਾ ਕੇ ਉਹਨੂੰ ਸੁਧਾਰਨ ਦਾ ਕੰਮ ਕਰਨ, ਨਾ ਕਿ ਦੂਜੇ ਦੀ ਗੱਲਾਂ ਨੂੰ ਸਮਝ ਕੇ ਆਪਣੇ ਆਪ ਨੂੰ ਹੀ ਆਪਣੇ ਆਪ ਦੀ ਹੋਂਦ ਨੂੰ ਹੀ ਖਤਮ ਕਰਨਾ। ਮੈਨੂੰ ਲੱਗਦਾ ਹੈ ਐਸੀ ਸ਼ਖਸੀਅਤਾਂ ਜਿਹੜੇ ਆਉਂਦੀਆਂ ਤੇ ਸਾਡਾ ਵੀ ਫਰਜ਼ ਬਣਦਾ ਹੈ ਵੱਧ ਤੋਂ ਵੱਧ ਆਪਣੇ ਪਰਿਵਾਰ, ਆਪਣੇ ਹੋਂਦ ਚੈਨਲ ਦੇ ਨਾਲ ਜੁੜੇ ਪਰਿਵਾਰਾਂ ਦੇ ਸਾਹਮਣੇ ਲਿਆਉਣਾ। ਤੇ ਜਿੱਦਾਂ ਕਿ ਮੈਂ ਕਿਹਾ ਕਿ ਸੱਜੀ ਹੋਈ ਫੁੱਲਵਾੜੀ ਬੈਠੀ ਹੈ, 2-2 ਮਿੰਟ ਦੀ ਲਾਈਨ ਆ ਸਾਰਿਆਂ ਤੋਂ ਲਵਾਂਗਾ ਕਿਉਂਕਿ ਖੁਸ਼ੀ ਦੀ ਗੱਲ ਹੈ ਤੇ ਓਬਵੀਅਸਲੀ ਸਾਰਿਆਂ ਤੱਕ ਉਹਨਾਂ ਨੂੰ ਪਹੁੰਚਾਉਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਤੇ ਉਹਨਾਂ ਦੀ ਭੈਣ, ਉਹਨਾਂ ਦੀ ਮਾਤਾ ਹੋਰ ਵੀ ਸਾਡੇ ਨਾਲ ਬੈਠੇ ਨੇ, ਉਹਨਾਂ ਦੀ ਤਾਈ ਜੀ, ਮਾਮਾ ਜੀ ਸਭ ਬੈਠੇ ਨੇ ਸਾਡੇ ਨਾਲ ਇਸ ਵੇਲੇ। ਤੇ ਹੁਣ ਮਾਤਾ ਜੀ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾ ਸਵਾਲ ਤੁਹਾਡੇ ਤੋਂ ਇਹੀ ਲੈਣਾ ਚਾਹਾਂਗਾ ਕਿ ਕਈ ਵਾਰੀ ਹੁੰਦਾ ਨਾ ਬੱਚੇ ਪੜ੍ਹਦੇ ਨਹੀਂ ਹੈ ਤੇ ਆਪਾਂ ਉਹਨਾਂ ਨੂੰ ਝਿੜਕਦੇ ਆ ਜਾਂ ਤੇ ਮਾਰਦੇ ਆ ਜਾਂ ਕੁਝ ਕਰਦੇ ਆ, ਲੇਕਿਨ ਜਦੋਂ ਉਹੀ ਬੱਚੇ ਇੰਨਾ ਅੱਛਾ ਸਕੋਰ ਦਿੰਦੇ ਨੇ ਸਾਡੇ ਸਮਾਜ ਨੂੰ, ਸਾਡੇ ਘਰ ਨੂੰ, ਕਿ ਫਕਰ ਨਾਲ ਉੱਚਾ ਕਰਦੇ, ਕਿਹੋ ਜਿਹਾ ਮਹਿਸੂਸ ਹੁੰਦਾ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤੇ ਆਪ ਸਭ ਨੂੰ ਜੀ ਆਇਆਂ ਨੂੰ, ਤੇ ਦੂਸਰਾ ਮੈਂ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਨੀ ਆ ਕਿ ਜਿਹਨੇ ਮੇਰੀ ਬੇਟੀ ਨੂੰ ਇੰਨੀ ਸਮੱਤ ਬਖਸ਼ੀ ਆ ਕਿ ਅੱਜ ਇਸ ਲੈਵਲ ਤੇ ਆ ਕੇ ਮਤਲਬ ਇੰਨਾ ਫਖਰ ਮਹਿਸੂਸ ਹੋ ਰਿਹਾ ਕਿ ਮੇਰੀ ਬੇਟੀ ਨੇ ਇੰਨੀ ਮਿਹਨਤ ਕੀਤੀ, ਦਿਨ ਰਾਤ ਜਾਗ ਕੇ। ਕਦੇ ਅਸੀਂ ਇੰਨਾ ਫਰਿਆਦ ਵੀ ਕਰਦੀ, ਅੱਧਾ ਘੰਟਾ ਬੇਟਾ, ਅੱਧਾ ਘੰਟਾ ਸੋ ਲੈ, ਲੇਕਿਨ ਬੇਟੀ ਮੇਰੀ ਕਹਿੰਦੀ ਮੰਮਾ ਇੱਕ ਵਾਰ ਮੈਂ ਕਾਮਯਾਬ ਹੋ ਜਾਵਾਂਗੀ, ਤੁਹਾਨੂੰ ਵੀ ਸਕੂਨ ਮਿਲ ਜਾਏਗਾ ਤੇ ਮੈਨੂੰ ਵੀ ਸਕੂਨ ਮਿਲ ਜਾਏਗਾ। ਤਾਂ ਅੱਜ ਜੋ ਵੀ ਮੇਰੀ ਬੇਟੀ ਹੈ ਆਪਣੀ ਮਿਹਨਤ ਦੇ ਬਲ ਤੇ ਹੀ ਹੈ।
ਬਿਲਕੁਲ ਮਾਤਾ ਪਿਤਾ ਦਾ ਤੇ ਮੈਂ ਕਹਿੰਦਾ ਪਹਿਲਾਂ ਹੀ ਹੱਥ ਰਹਿੰਦਾ ਹੈ ਬੱਚਿਆਂ ਦੇ ਦੂਰ ਮੁਕਾਮ ਤੱਕ ਪਹੁੰਚਾਉਣ ਦੇ ਲਈ। ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਕਿਉਂਕਿ ਤੁਹਾਡੀ ਆਵਾਜ਼ ਸਾਰੇ ਜੰਮੂ ਕਸ਼ਮੀਰੀ ਨਹੀਂ ਨਾ ਸਾਰੇ ਹੀ ਨਾਨਕ ਨਾਮ ਲੇਵਾ ਸੰਗਤ ਤੱਕ ਪੁੱਜਣੀ ਹੈ, ਤੇ ਕੀ ਉਪਦੇਸ਼ ਦੇਣਾ ਚਾਹੁੰਦੇ ਹੋ ਸਾਰੇ ਪੇਰੈਂਟਸ ਨੂੰ ਕਿ ਕਿੱਦਾਂ ਦਾ ਡੇਲੀ ਰੂਟੀਨ ਰਹਿਣੀ ਚਾਹੀਦੀ ਹੈ ਕਿ ਬੱਚੇ ਫਿਰ ਐਸੇ ਮੁਕਾਮ ਤੇ ਪੁੱਜ ਜਾਣ? ਪਹਿਲੇ ਮੈਂ ਕਹਿਣਾ ਚਾਹੁੰਦੀ ਹਾਂ ਵੀ ਅਗਰ ਬੱਚਾ ਅੱਛੇ ਤੋਂ ਅੱਛੇ ਸਕੂਲ ਤੁਸੀਂ ਪੜ੍ਹਾਉਂਦੇ ਹੋ, ਜਦੋਂ ਬੱਚਾ ਸਕੂਲ ਤੋਂ ਕੁਝ ਪੜ੍ਹ ਕੇ ਆਉਂਦਾ ਹੈ ਤੇ ਮਾਂ-ਬਾਪ ਦਾ ਫਰਜ਼ ਹੈ, ਖਾਸ ਕਰ ਮਾਂ ਦਾ, ਕਿਉਂਕਿ ਮਾਂ ਤਾਂ ਘਰ ਹੀ ਹੁੰਦੀ ਹੈ। ਤੇ ਜਿਹੜਾ ਸਕੂਲ ਤੋਂ ਪੜ੍ਹ ਕੇ ਬੱਚਾ ਆਂਦਾ ਹੈ ਤਾਂ ਉਹ ਸਾਰਾ ਪ੍ਰਿਪੇਅਰ ਕਰਾਓ। ਅਗਰ ਬੱਚਾ ਉਹ ਘਰ ਪ੍ਰਿਪੇਅਰ ਕਰ ਲੈਂਦਾ ਫਿਰ ਤੁਹਾਨੂੰ ਅੱਗੇ ਕੋਈ ਮੁਸ਼ਕਲ ਨਹੀਂ ਹੈ, ਕਿਉਂਕਿ ਬੱਚੇ ਨੂੰ ਡਾਂਟਣ ਦੀ ਜ਼ਰੂਰਤ ਪੈਂਦੀ ਹੈ। ਮੈਂ ਵੀ ਬੜੇ ਖਿੱਚੇ ਬੱਚੇ ਨੂੰ, ਕਿਉਂਕਿ 5th ਤੱਕ ਮੈਂ ਖੁਦ ਬੱਚੇ ਨੂੰ ਪੜ੍ਹਾਈ, ਮੈਂ ਕਦੇ ਕੋਈ ਟਿਊਸ਼ਨ ਨਹੀਂ ਲਗਾਈ। ਜੇ 5th ਤੱਕ ਇਹਨਾਂ ਨੂੰ ਮੈਂ ਖੁਦ ਪੜ੍ਹਾ ਲਿਆ ਤਾਂ ਉਹਦੇ ਬਾਅਦ 'ਚ ਇਹਦੀ ਮਤਲਬ ਇੱਕ ਪਟੜੀ 'ਤੇ ਚਲਦਾ ਟ੍ਰੇਨ ਚੜ੍ਹ ਜਾਂਦੀ ਨਾ, ਉਹਦੇ ਬਾਅਦ 'ਚ ਮੈਨੂੰ ਜ਼ਰੂਰਤ ਨਹੀਂ ਪਈ, ਨਾ ਇਹਨਾਂ ਨੂੰ ਡਾਂਟਣ ਦੀ ਜ਼ਰੂਰਤ ਪਈ, ਨਾ ਮਾਰਨ ਦੀ ਜ਼ਰੂਰਤ ਪਈ। ਤੇ ਮੇਰੀ ਬੇਟੀ ਦਾ ਤਾਂ ਮੈਂ ਕੋਈ ਕਹਿ ਨਹੀਂ ਸਕਦੀ ਹੈ ਕਿ ਅੱਜ ਮੈਂ ਬਿਆਨ ਨਹੀਂ ਕਰ ਸਕਦੀ ਕਿ ਅੱਜ ਸਾਨੂੰ ਉਹਨਾਂ ਨੇ ਕਿੰਨੀ ਖੁਸ਼ੀ ਦਿੱਤੀ ਹੈ। ਬਿਲਕੁਲ ਆਪਾਂ ਸਮਝਦੇ ਹਾਂ ਇਸ ਚੀਜ਼ ਨੂੰ, ਜਦੋਂ ਬੱਚਾ ਇਸ ਜਨਮ ਲੈ ਕੇ ਇਸ ਧਰਤੀ ਦੇ ਉੱਤੇ ਆਉਂਦਾ ਨਾ ਤੇ ਮਾਤਾ ਪਿਤਾ ਹੀ ਉਹਦੀ ਉਂਗਲ ਫੜ ਕੇ ਉਹਨੂੰ ਚੱਲਣ ਦੀ ਜਾਚ ਸਿਖਾਉਂਦੇ ਨੇ। ਬਾਅਦ ਦੇ ਵਿੱਚ ਉਹ ਮੁਕਾਮ ਤੇ ਪੁੱਜ ਜਾਏ, ਬੱਚਿਆਂ ਨੂੰ ਵੀ ਚਾਹੀਦਾ ਕਿ ਫਿਰ ਉਹ ਚੀਜ਼ ਨੂੰ ਹਮੇਸ਼ਾ ਯਾਦ ਰੱਖਣਾ। ਤੇ ਜਿਵੇਂ ਭੈਣ ਹੋਰੀ ਦੱਸ ਰਹੇ ਸਨ ਕਿ ਮੇਰਾ ਖੁਆਬ ਹੈ ਕਿ ਆਪਣੇ ਮਾਤਾ ਪਿਤਾ ਨੂੰ ਹਰ ਇੱਕ ਸਹੂਲਤ ਬਖਸ਼ਣੀ ਅੱਗੇ ਜਾ ਕੇ, ਕਿ ਮੈਂ ਫਖਰ ਮਹਿਸੂਸ ਕਰ ਸਕਾਂ ਕਿ ਮੈਂ ਆਪਣੇ ਮਾਤਾ ਪਿਤਾ ਦੀ ਜ਼ਿੰਦਗੀ ਜਿਹੜੀ ਚੇਂਜ ਕੀਤੀ ਹੈ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਹੋਰ ਤੁਸੀਂ ਕੁਝ ਕਹਿਣਾ ਚਾਹਦੇ ਹੋ ਤੇ ਕਿਉਂਕਿ ਐਸੇ ਇਮੋਸ਼ਨਲ ਵਰਡਸ ਜਿਹੜੇ ਇਹਨਾਂ ਦੇ ਇਸ ਵੇਲੇ ਨਿਕਲ ਰਹੇ ਨੇ, ਮੈਨੂੰ ਲੱਗਦਾ ਹੈ ਕਿ ਸੰਗਤਾਂ ਲਈ ਵੀ ਉਹ ਪੁੱਜਣੇ ਬਹੁਤ ਜ਼ਰੂਰੀ ਹੈਗੇ ਨੇ। ਕਿਉਂਕਿ ਜਦੋਂ ਮੇਰੀ ਬੇਟੀ ਨੇ 12th ਦੇ ਐਗਜ਼ਾਮ ਦੇਣੇ ਸੀ ਤਾਂ ਅਸੀਂ ਸੋਚਿਆ ਵੀ ਐਗਜ਼ਾਮ ਦੇਣ ਦੇ ਬਾਅਦ ਕੁਝ ਕਰੇਗੀ, ਲੇਕਿਨ ਇਹਨੇ 1 ਸਾਲ ਦੇ ਅੰਦਰ ਅੰਦਰ ਮਤਲਬ 12th ਦੇ ਪੇਪਰ ਤਾਂ ਕੀਤੇ ਦਿੱਤੇ ਤੇ JEE ਮੇਨਸ ਦੋਨੋਂ ਅਟੈਂਪਟ ਵੀ ਕਲੀਅਰ ਕੀਤੇ। ਮਤਲਬ ਅਸੀਂ ਸੋਚਿਆ ਵੀ ਬੇਟੇ ਥੋੜਾ ਰੈਸਟ ਕਰ ਲੈ, ਕਿਤੇ ਮਾਇਰ ਤੇ ਨਾ ਬੋਝ ਨਾ ਬਣ ਜੇ ਕਿ ਸਾਨੂੰ ਪਛਤਾਣਾ ਪਏ ਵੀ ਬੇਟੀ ਪੜ੍ਹ ਕੇ ਕਿਤੇ ਪਾਗਲ ਹੋ ਗਈ ਹੈ। ਤੇ ਫਿਰ ਵੀ ਮੇਰੀ ਬੇਟੀ ਨੇ ਦੋਨੋਂ ਅਟੈਂਪਟ ਵੀ ਕਲੀਅਰ ਕਰਤੇ। ਹੁਣ ਅੱਗੇ JEE ਐਡਵਾਂਸ ਦੀ ਤਿਆਰੀ ਸ਼ੁਰੂ ਹੈ ਤੇ ਦੇਖੋ ਅੱਗੇ ਵਾਹਿਗੁਰੂ ਦੀ ਮਿਹਰ ਹੈ। ਨਹੀਂ ਬਿਲਕੁਲ ਆਪਾਂ ਵੀ ਸਾਰੇ ਜਿਹਨੇ ਹੋਂਦ ਚੈਨਲ ਨਾਲ ਜੁੜੇ ਫੈਮਿਲੀ ਨੂੰ ਅਰਦਾਸ ਹੀ ਕਰਦੇ ਹੈਗੇ ਕਿ ਐਸੇ ਬੱਚੇ ਕਾਬਿਲ ਉਹ ਸਮਾਜ ਦੇ ਲਈ ਜ਼ਰੂਰ ਸਿਰਜਣ ਤੇ ਐਸੇ ਸਮਾਜ ਦੀ ਸਿਰਜਣਾ ਕਰਨਗੇ, ਆਉਣ ਵਾਲੀ ਪੀੜ੍ਹੀ ਦਾ ਕੁਝ ਨਾ ਕੁਝ ਸੁਨੇਹਾ ਪੁੱਜੇ। ਸਾਰਿਆਂ ਦੀ ਤਰਫੋਂ ਮੈਂ ਬਹੁਤ ਬਹੁਤ ਧੰਨਵਾਦ ਦਿੰਦਾ ਭੈਣ ਹੋਰਾਂ ਨੂੰ ਕਿ ਫਕਰ ਨਾਲ ਸਰ ਉੱਚਾ ਕੀਤਾ ਸਾਡਾ ਵੀ, ਕਿਉਂਕਿ ਸਾਡੀਆਂ ਜਿਹੜੀਆਂ ਭੈਣਾਂ ਹੈਗੀਆਂ ਨੇ, ਮੈਂ ਕਹਿੰਦਾ ਕਿ ਜਦੋਂ ਇੱਕ ਧੀ ਜਾਂ ਇੱਕ ਭੈਣ ਸਾਡੀ ਸਮਾਜ ਦੇ ਵਿੱਚ ਉੱਪਰ ਆਉਂਦੀ ਹੈ, ਚਾਹੇ ਉਹ ਰਿਜ਼ਲਟ ਦੇ ਤੌਰ 'ਤੇ ਹੋਏ, ਕਿਸੇ ਵੀ ਸਮਾਜ ਦੇ ਪੱਖੋਂ ਅੱਗੇ ਆ ਕੇ ਸਾਡਾ ਮਾਣ ਨਾਲ ਫਕਰ ਉੱਚਾ ਕਰਦੀ, ਮੈਨੂੰ ਲੱਗਦਾ ਸਾਰੇ ਵੀਰਾਂ ਦੇ ਲਈ ਬੜਾ ਹੀ ਮਾਣ ਵਾਲੀ ਗੱਲ ਹੁੰਦੀ ਹੈ। ਹੁਣ ਮਾਮਾ ਜੀ ਇਹਨਾਂ ਦੇ ਖੜੇ ਨੇ, ਕਹਿੰਦੇ ਨੇ ਕਿ ਮਾਤਾ ਦੇ ਅੱਗੇ ਮਾਂ ਇੱਕ ਵਾਰੀ ਆਉਂਦਾ ਤੇ ਮਾਮੇ ਦੇ ਅੱਗੇ ਮਾਂ 2 ਵਾਰੀ ਆਉਂਦਾ ਹੈ। ਤੇ ਉਹਨਾਂ ਦੇ ਜਿਹੜੇ ਸ਼ਬਦ ਹੁੰਦੇ ਨੇ ਉਹ ਆਪਣੇ ਆਪ ਦੇ ਵਿੱਚ ਹੀ ਬੱਚਿਆਂ ਲਈ ਬੜੇ ਹੁੰਦੇ ਨੇ, ਕਿਉਂਕਿ ਨਾਨਕੇ ਪਰਿਵਾਰ ਦੇ ਵਿੱਚ ਵੀ ਕਈ ਵਾਰੀ ਜਾਂਦੇ ਤੇ ਬੱਚਿਆਂ ਨੂੰ ਲੱਗਦਾ ਕਿ ਨਹੀਂ ਅੱਜ ਮੈਂ ਜਾ ਰਿਹਾ ਨਾਨਕੇ ਤੇ ਮੇਰੇ ਮਾਮਾ ਜੀ ਅੱਜ ਮੈਨੂੰ ਇੱਥੇ ਲੈ ਕੇ ਜਾਣਗੇ ਤੇ ਹੀ ਘੁਮਾਉਣਗੇ। ਕਿਉਂ ਜੀ ਫੀਲਿੰਗ ਆਉਂਦੀ ਹੈ ਜਿਹੜੇ ਬੱਚੇ ਐਸੇ ਸਕੋਰ ਕਰਦੇ ਨੇ? ਸਰ ਆਪ ਜੀ ਨੂੰ ਵੀ ਜੀ ਆਇਆਂ ਨੂੰ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਹੁਣ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ, ਜਿਨ੍ਹਾਂ ਦਾ ਮਿਲਾਪ ਔਰ ਮੁਲਾਕਾਤ ਸਾਡੀ ਦੂਜੀ ਵਾਰ ਹੋਈ ਹੈ। ਪਹਿਲੀ ਵਾਰ ਸ਼ਹੀਦ ਹਵਾਲਦਾਰ ਕੁਲਵੀਰ ਸਿੰਘ ਦੀ ਸਮਾਧ ਦੇ ਉੱਤੇ ਇਹਨਾਂ ਨਾਲ ਸਾਡਾ ਗੱਲਬਾਤ ਹੋਈ ਸੀ, ਮੁਲਾਕਾਤ ਹੋਈ ਸੀ, ਉੱਥੇ ਵੀ ਇਹਨਾਂ ਨੇ ਮੈਨੂੰ ਵਿੱਚ ਲਿਆ ਸੀ। ਤੇ ਅੱਜ ਦੂਜੀ ਦਫਾ ਇਹ ਮੇਰੇ ਜੀਜਾ ਜੀ ਬੈਠੇ ਨੇ ਸਾਹਮਣੇ, ਪੀਲੀ ਪਗੜੀ ਵਾਲੇ, ਇਹ ਮੇਰੇ ਨਾਲ ਹੀ ਮੇਰੇ ਮਾਤਾ ਜੀ, ਇਹ ਮੇਰੀ ਭੈਣ ਜੀ ਨੇ, ਤੇ ਇਹ ਮੇਰੀਆਂ ਬੱਚੀਆਂ ਬੈਠੀਆਂ ਨੇ, ਮੇਰੀਆਂ ਭਣੇਵਾਂ ਨੂੰਹਾਂ, ਤੇ ਇਹਨਾਂ ਦਾ ਬੱਚੇ ਨੇ ਜੋ ਸਾਡੇ ਨਾਲ ਅੱਗੇ ਉਹ ਨੌਕਰੀਆਂ ਕਰ ਰਹੇ ਨੇ। 2 ਵਿਦੇਸ਼ ਚਲੇ ਗਏ ਨੇ ਫੌਜ 'ਚੋਂ ਆ ਕੇ। ਇੱਕ ਦੀ ਬੱਚੀ ਮੈਡੀਕਲ ਕਰ ਰਹੀ ਹੈ ਡਾਕਟਰੀ ਕੋਰਸ ਦੇ ਵਿੱਚ, ਔਰ ਦੂਜੀ ਬੱਚੀ ਇਹ ਸਾਡੀ, ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਚੱਲ ਰਿਹਾ ਹੈ ਕਿ 70% ਤੋਂ ਉੱਤੇ ਨੰਬਰ ਇਹਦੇ ਆਏ ਨੇ। ਔਰ ਮੈਂ ਇਹਨਾਂ ਦੇ ਕੋਲ ਰਹਿਣਾ, ਬਿਲਕੁਲ ਮੇਰਾ ਨਾਲ ਹੀ ਇਹਨਾਂ ਦੇ ਘਰ ਹੈ। ਇਹਨਾਂ ਬੱਚਿਆਂ ਨੇ ਇੰਨੀ ਮਿਹਨਤ ਕੀਤੀ ਕਿ ਮੈਂ ਕਈ ਵਾਰ, ਕਿਉਂਕਿ ਆਉਣਾ ਜਾਣਾ ਇਹਨਾਂ ਦੇ ਜਿਹੜੇ ਬਾਬਾ ਜੀ ਨੇ ਥੋੜ੍ਹੇ ਇਹਨਾਂ ਤੋਂ ਦੂਰ ਰਹਿੰਦੇ ਪਿੰਡ ਦੇ ਵਿੱਚ, ਨਗਰ ਦੇ ਵਿੱਚ, ਅਸੀਂ ਬਾਹਰ ਕਲੋਨੀ 'ਚ ਹਾਂ, ਸ਼ਹੀਦ ਕਲੋਨੀ ਕੁਲਵੀਰ ਸਿੰਘ ਜੀ ਵਿੱਚ। ਅਤੇ ਮੈਂ ਕਈ ਵਾਰ ਘਰ ਆਉਣਾ ਅਤੇ ਇਹਨਾਂ ਬੱਚਿਆਂ ਨੂੰ ਜਦੋਂ ਵੀ ਮੈਂ ਦੇਖਣਾ ਅਤੇ ਪੜ੍ਹਦੇ ਹੀ। ਇੱਕ ਵਾਰ ਇਹ ਬੱਚੀ ਕਹਿਣ ਲੱਗੀ ਮੈਨੂੰ ਮਾਮਾ ਜੀ ਉਰਦੂ ਨਹੀਂ ਆਉਂਦਾ, ਮੈਂ ਉਰਦੂ ਵੀ ਜ਼ਰੂਰ ਪੜ੍ਹਨਾ। ਅਤੇ ਮੈਂ ਕਿਹਾ ਬੇਟਾ ਕੋਈ ਗੱਲ ਨਹੀਂ, ਮੈਂ ਲੰਬੜਦਾਰ ਨਾਮ ਪਿੰਡ ਦਾ ਇੱਥੇ ਰਾਜਾ ਸਿੰਘ ਜੀ, ਅਤੇ ਮੈਂ ਇਹਨਾਂ ਨੂੰ ਉਰਦੂ ਪੜ੍ਹਾਉਣਾ ਸ਼ੁਰੂ ਕੀਤਾ। ਮੈਂ ਜਿਹੜਾ ਅੱਜ ਇਹਨਾਂ ਨੂੰ ਸਬਕ ਦੇ ਕੇ ਦੇਣਾ, ਦੂਜੇ ਆ ਸਬਕ ਇਹਨਾਂ ਨੇ ਉਸ ਕਾਇਦੇ ਤੋਂ ਅਗਲਾ ਵੀ ਯਾਦ ਕਰ ਲੈਣਾ। ਮੈਂ ਬੜਾ ਹੈਰਾਨ ਹੋਣਾ ਕਿ ਇੰਨੀ ਬੱਚੀ ਤੇਜ਼ ਹੈ ਸਾਡੀ ਇਹ, ਕਿ ਇੰਨਾ ਇਹਦਾ ਦਿਮਾਗ ਹੈ ਕਿ ਅਜੇ ਜੋ ਮੈਂ ਪੜ੍ਹਾਇਆ ਵੀ ਨਹੀਂ ਤੇ ਉਹ ਅੱਗੇ ਇਹਨੇ ਅਗਲਾ ਵੀ ਕਰ ਦਿੱਤਾ ਸਾਰਾ, ਔਰ ਇਹਨੇ ਉਹ ਵੀ ਉਰਦੂ ਵੀ ਜਾਣਿਆ। ਔਰ ਅੱਜ ਤੁਹਾਡੇ ਸਾਹਮਣੇ ਆ, ਦੇਖੋ ਕਿੱਥੇ ਪਹੁੰਚੀ ਆ ਲੜਕੀ। ਇਹ 2 ਘਰ ਨੇ, ਦੋਨਾਂ ਦੇ ਬੱਚੇ ਇੰਨੇ ਪੜ੍ਹਨ ਲਿਖਣ 'ਚ ਨੇ। ਔਰ ਇੱਕ ਜਿਹੜਾ ਛੋਟਾ ਸਾਡਾ ਬੱਚਾ ਹੈ, ਉਹਦਾ ਵੀ ਅੱਗੇ ਬੱਚਾ ਬਹੁਤ ਹੁਸ਼ਿਆਰ ਹੈ। ਇੱਕ ਬੱਚਾ ਉਹਨਾਂ ਦਾ, ਇਹ ਬੈਠੇ ਨੇ ਮੇਰੇ ਪਿੱਛੇ ਬੇਟਾ ਜੀ, ਅਤੇ ਉਹ ਵੀ ਬੱਚਾ ਬਹੁਤ ਹੁਸ਼ਿਆਰ ਹੈ। ਇਹਨਾਂ ਦੀ ਫੈਮਿਲੀ ਦੇਖੋ ਜੀ, ਕੁਦਰਤ ਦੀ ਇਹ ਮਿਹਰ ਹੋਈ ਹੈ, ਨਹੀਂ ਤਾਂ ਅਸੀਂ ਜ਼ਿਮੀਂਦਾਰ ਲੋਕ ਹੀ, ਬਿਲਕੁਲ 2-2.5 ਕਿਲੋਮੀਟਰ ਸਾਡੇ ਤੋਂ ਬਾਰਡਰ ਹੈ, ਅਸੀਂ ਬਾਰਡਰ 'ਤੇ ਰਹਿਣ ਵਾਲੇ ਲੋਕ ਹਾਂ।
ਤੇ ਇਸ ਬਾਰਡਰ ਦੇ ਰਹਿਣ ਕਰਕੇ ਵੀ ਸਾਨੂੰ ਇਹਨਾਂ ਬੱਚਿਆਂ ਦੇ ਉੱਤੇ ਬਹੁਤ ਫਖਰ ਹੈ ਕਿ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਇਆ, ਸਾਡੇ ਦੇਸ਼ ਦਾ ਨਾਮ ਰੋਸ਼ਨ ਹੈ, ਸਾਡੇ ਡਿਸਟ੍ਰਿਕਟ ਦਾ ਨਾਮ ਰੋਸ਼ਨ ਹੈ ਔਰ ਸਿੱਖ ਫੁਲਵਾੜੀ ਦਾ ਨਾਮ ਰੋਸ਼ਨ ਹੈ। ਸਭ ਤੋਂ ਵੱਡਾ ਸਿੱਖ ਫੁਲਵਾੜੀ ਦਾ ਨਾਮ ਰੋਸ਼ਨ ਹੋਇਆ। ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੋ ਸਾਡੇ ਕੋਲ ਅੱਜ ਸਾਡੀ ਮੁਲਾਕਾਤ ਦੇ ਵਿੱਚ ਆਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬਹੁਤ ਖੁਸ਼ੀ ਹੋਈ ਹੈ, ਬਹੁਤ ਖੁਸ਼ੀ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਮੈਂ ਸਾਰਿਆਂ ਦੇ ਪਾਸੋਂ ਹੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਸ ਭੈਣ ਦਾ ਕਿ ਜਿਨੇ ਸਾਡਾ ਫਕਰ ਨਾਲ ਸਰ ਉੱਚਾ ਕੀਤਾ ਹੈ। ਤੇ ਆਖਰੀ ਵਾਰ ਇਹ ਵੀ ਕਹਿਣਾ ਚਾਹਾਂਗਾ ਕਿ ਜਿੱਦਾਂ ਕਿ ਨੰਬਰ ਲੈ ਕੇ ਸਮਾਜ ਦਾ ਨਾਮ ਰੋਸ਼ਨ ਕੀਤਾ, ਅੱਗੇ ਆਪਣੀ ਜਿਹੜੀ ਗੁਰਸਿੱਖੀ ਹੈ ਉਹਨੂੰ ਵੀ ਸਾਂਭ ਕੇ ਰੱਖਣਾ, ਪੰਜਾਬੀ ਨੂੰ ਵੀ ਨਾਲ ਰੱਖਣਾ ਹੈ, ਤਾਂ ਕਿ ਜਿਹਦੇ ਤੁਸੀਂ ਅੱਗੇ ਸਟੇਜ ਦੇ ਉੱਤੇ ਆਪਣੇ ਆਪ ਨੂੰ ਕਾਮਯਾਬ ਵੇਖੋਗੇ ਤੇ ਇੱਕ ਅੱਛੇ ਸਮਾਜ ਦੀ ਸਿਰਜਣਾ ਕਰੋਗੇ। ਉੱਥੇ ਵੀ ਲੱਗਣਾ ਚਾਹੀਦਾ ਹੈ ਕਿ ਵਾਕਈ ਇੱਕ ਸਿੱਖ ਕੌਮ ਨਾਲ ਜੁੜੀ ਹੋਈ ਕੁੜੀ, ਸਿੱਖ ਪਰਿਵਾਰ ਨਾਲ ਜੁੜੀ ਹੋਈ ਕੁੜੀ ਹੈ ਜਿਨੇ ਸਾਡਾ ਕਿ ਅੱਗੇ ਜਾ ਕੇ ਕੁਛ ਨਾ ਕੁਛ ਮਦਦ ਕਰਨੀ ਹੈ। ਬਹੁਤ ਬਹੁਤ ਕੰਗ੍ਰੈਚੁਲੇਸ਼ਨ ਤੁਹਾਨੂੰ ਸਾਰੇ ਹੀ ਸਮਾਜ ਨੂੰ ਤੇ ਸਾਰੇ ਹੀ ਪਰਿਵਾਰ ਨੂੰ ਕਿ ਤੁਸੀਂ ਵਕਤ ਦਿੱਤਾ ਹੈ ਤੇ ਨਾਲ ਦਰਸ਼ਕਾਂ ਤੱਕ ਵੀ ਤੁਹਾਡੀ ਆਵਾਜ਼ ਪਹੁੰਚਾਉਣ ਦਾ ਸਾਨੂੰ ਮੌਕਾ ਦਿੱਤਾ ਹੈ। ਮੈਂ ਆਪਣੇ ਤਰਫੋਂ ਵੀ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇੰਨਾ ਹੀ ਅਲਫਾਜ਼ਾਂ ਦੇ ਨਾਲ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਨੂੰ ਫਖਰ ਹੈ ਇਸ ਗੱਲ ਨੂੰ ਤੁਹਾਡੇ ਸਾਹਮਣੇ ਕਹਿੰਦਿਆਂ ਹੋਇਆਂ ਕਿ ਇਸੇ ਪਿੰਡ ਦੀ ਇੱਕ ਸਾਡੀ ਭੈਣ ਨੇ 12ਵੀਂ ਕਲਾਸ ਦੇ ਵਿੱਚ 97.8% ਨੰਬਰ ਲੈ ਕੇ ਸਾਡੇ ਸਾਰਿਆਂ ਦਾ ਸਰ ਫਖਰ ਨਾਲ ਉੱਚਾ ਕਰ ਦਿੱਤਾ ਹੈ। ਟੀਚਰਾਂ ਦਾ ਬਹੁਤ ਜ਼ਿਆਦਾ ਸਪੋਰਟ ਰਿਹਾ। ਸਕੂਲ ਵਾਲੇ ਟੀਚਰਸ ਬਹੁਤ ਹੀ ਜ਼ਿਆਦਾ ਅੱਛੀ ਤਰ੍ਹਾਂ ਗਾਈਡ ਕਰਦੇ ਹਨ, ਮੋਟੀਵੇਟ ਕਰਦੇ ਹੀ ਟਾਈਮ ਟੂ ਟਾਈਮ। ਸਾਡੇ ਜਿਹੜੇ ਪ੍ਰਿੰਸੀਪਲ ਸਰ ਹੈ, ਡਾਇਰੈਕਟਰ ਸਰ ਹੈ, ਉਹ ਟਾਈਮ ਟੂ ਟਾਈਮ ਮੀਟਅਪਸ ਆਰਗੇਨਾਈਜ਼ ਕਰਦੇ ਹੀ ਤਾਂ ਕਿ ਬੱਚਿਆਂ ਨੂੰ ਗਾਈਡੈਂਸ ਦੇ ਸਕੀਏ ਕਿ ਕਿਸ ਤਰ੍ਹਾਂ ਕਿਸ ਟਾਈਮ ਤੇ ਕਿਸ ਤਰ੍ਹਾਂ ਅਸੀਂ ਆਪਣੇ ਕੰਮ ਲੈਣਾ ਹੈ। ਘਰ ਦੇ ਬਹੁਤ ਹੀ ਜ਼ਿਆਦਾ ਸਪੋਰਟਿਵ ਨੇ ਮੇਰੇ ਘਰ ਦੇ ਸਾਰੇ ਜਣੇ, ਚਾਹੇ ਉਹ ਮੇਰੇ ਬ੍ਰਦਰ ਹੋਣ ਜਾਂ ਸਿਸਟਰਸ ਹੋਣ ਜਾਂ ਮੰਮੀ ਪਾਪਾ, ਚਾਚਾ ਚਾਚੀ, ਤਾਈ ਤਾਈ ਜੀ, ਸਭ ਕੁਝ ਮਤਲਬ ਸਾਰੇ ਬਹੁਤ ਜ਼ਿਆਦਾ ਸਪੋਰਟਿਵ ਰਹੇ ਨੇ ਅੱਜ ਤੱਕ ਵੀ। ਔਰ ਇਹ ਰਿਜ਼ਲਟ ਸੁਣ ਕੇ ਵੀ ਸਾਰੇ ਬਹੁਤ ਜ਼ਿਆਦਾ ਖੁਸ਼ ਸੀ। ਮੈਂ ਵਾਹਿਗੁਰੂ ਦਾ ਸ਼ੁਕਰੀਆ ਕਰਨੀ ਆ ਕਿ ਜਿਹਨੇ ਮੇਰੀ ਬੇਟੀ ਨੂੰ ਇੰਨੀ ਸਮਰੱਥਾ ਬਖਸ਼ੀ ਆ ਕਿ ਅੱਜ ਇਸ ਲੈਵਲ ਤੇ ਆ ਕੇ ਮਤਲਬ ਇੰਨਾ ਫਖਰ ਮਹਿਸੂਸ ਹੋ ਰਿਹਾ ਕਿ ਮੇਰੀ ਬੇਟੀ ਨੇ ਇੰਨੀ ਮਿਹਨਤ ਕੀਤੀ, ਦਿਨ ਰਾਤ ਜਾਗ ਕੇ। ਕਦੇ ਕਦੇ ਅਸੀਂ ਇੰਨਾ ਫਰਿਆਦ ਵੀ ਕਰਦੀ, ਅੱਧਾ ਘੰਟਾ ਬੇਟਾ ਅੱਧਾ ਘੰਟਾ ਸੋ ਲੈ, ਲੇਕਿਨ ਬੇਟੀ ਮੇਰੀ ਕਹਿੰਦੀ ਮੰਮਾ ਇੱਕ ਵਾਰ ਮੈਂ ਕਾਮਯਾਬ ਹੋ ਜਾਵਾਂਗੀ, ਤੁਹਾਨੂੰ ਵੀ ਸਕੂਨ ਮਿਲ ਜਾਏਗਾ ਤੇ ਮੈਨੂੰ ਵੀ ਸਕੂਨ ਮਿਲ ਜਾਏਗਾ। ਤੇ ਮੈਂ ਇਹਨਾਂ ਨੂੰ ਉਰਦੂ ਪੜ੍ਹਾਉਣਾ ਸ਼ੁਰੂ ਕੀਤਾ। ਮੈਂ ਜਿਹੜਾ ਅੱਜ ਇਹਨਾਂ ਨੂੰ ਸਬਕ ਦੇ ਕੇ ਦੇਣਾ, ਦੂਜੇ ਆ ਸਬਕ ਇਹਨਾਂ ਨੇ ਉਸ ਕਾਇਦੇ ਤੋਂ ਅਗਲਾ ਵੀ ਯਾਦ ਕਰ ਲੈਣਾ। ਮੈਂ ਬੜਾ ਹੈਰਾਨ ਹੋਣਾ ਕਿ ਇੰਨੀ ਬੱਚੀ ਤੇਜ਼ ਹੈ ਸਾਡੀ ਕਿ ਇੰਨਾ ਇਹਦਾ ਦਿਮਾਗ ਹੈ ਕਿ ਅਜੇ ਜੋ ਮੈਂ ਪੜ੍ਹਾਇਆ ਵੀ ਨਹੀਂ ਤੇ ਉਹ ਅੱਗੇ ਇਹਨੇ ਅਗਲਾ ਵੀ ਕਰ ਦਿੱਤਾ ਸਾਰਾ। ਅੱਜ ਤੋਂ ਪਹਿਲਾਂ ਸਾਨੂੰ ਕਈ ਲੋਕ ਕੁਐਸਚਨ ਪੁੱਟ ਅਪ ਕਰਦੇ ਸੀ ਕਿ ਤੁਹਾਡੇ ਬੱਚੇ ਕਿੰਨੇ ਟਾਪ ਕੀਤੇ ਨੇ, ਕਿੰਨੇ ਇੰਜੀਨੀਅਰ ਹਨ, ਕਿੰਨੇ ਡਾਕਟਰ ਹਨ। ਪਰ ਅੱਜ ਸਾਨੂੰ ਇਹ ਮਾਣ ਮਹਿਸੂਸ ਹੋ ਰਿਹਾ ਕਿ ਜਿੱਥੇ ਪਹਿਲਾਂ ਲੋਕ ਇੰਨੇ ਅਵੇਅਰ ਨਹੀਂ ਸੀ ਹਨ ਨਗਰ ਦੇ, ਲੇਕਿਨ ਅੱਜ ਜੋ ਕੰਪੀਟੀਸ਼ਨ ਹੈ ਉਸ ਨੂੰ ਦੇਖਦੇ ਹੋਏ ਬਹੁਤ ਲੋਕ ਅਵੇਅਰ ਹਨ। ਦਾਦੀ ਕਿੱਥੇ ਹੈ? ਵੀ ਸਾਡੀ ਭੈਣ ਜੀ ਹੈ ਜੀ, ਦਾਦੀ ਵੀ ਸਹੀ ਪਹਿਲਾਂ ਇਹਨਾਂ ਦੀ ਸਾਰੀ ਦੇਣ ਹੈ ਮਹਾਰਾਜ। ਲਓ ਜੀ।